ट्रक ने सरिया नहीं सी लद्या होया, फिर वो सिर्फ गोल निशान एडा वड्डा क्यों आया। मेरी समझ दे विच उन्हां नूं गोली मारी गई है मत्थे दे विच। पुलिस ने उन्हां दा फिंगरप्रिंट्स नहीं ले ते एवें बदनाम करता सिद्धू साहब नूं कि उन्हां दे मोटर दे विचों शराब मिली है। सुप्रीम कोर्ट ते हाई कोर्ट भी सानू इंसाफ नहीं दिंदे। जिहड़ा इलैक्शन कमिशन दिल्ली च है, वो जिहड़ियां EVM मशीनां है उन्हां दे विच कोई इहो जिहा चिप तां नहीं पा दूगा जिहदे साडी पार्टी दे वोट मारे जाण जां होर किसी पार्टी नूं तब्दील हो जाण। सारी दुनिया ने देख लिया कि साडे पोलिंग बूथ्स के उत्ते किन्ने कट सीगे ते दूजियां पार्टियां दे बूथ लगे भी नहीं है। सेंट्रल इलैक्शन कमिशन है, उसने सानू इलैक्शनां दे लई एक सिंबल नहीं दिता, जबकि साडी पार्टी रजिस्टर्ड पार्टी है। कैप्टन अमरिंदर सिंह ते सरदार सुखदेव सिंह ढींडसा जिन्हां दी पार्टी रजिस्टर्ड नहीं सी, उन्हां नूं तां चोण निशान देते। साडे नाल बहुत बेइंसाफी इलैक्शन कमिशन ने की है, जो कि धारा 14 दे बरखिलाफ है संविधान दे। इन्नी ताकत है सेंटर दे विच कि ये EVM मशीनां नूं भी चिप ला सकती है। जे कैप्टन साहब तो ये सारा 4.5 साल अपने बंदे बचा के रखे है, फिर ये तो छोटी जी गल है कि चिप ला दो तो ये वोट को तब्दील कर दो। 4.5 साल वो कांग्रेस के चीफ मिनिस्टर नहीं रहे, बल्कि वो BJP RSS के चीफ मिनिस्टर बन के रहे है। किसी भी बादल दरिए नूं उन्होंने समगलिंग के विच फड़िया नहीं, किसी भी जिहड़े रेत का व्यापार करते सी उन्होंने नहीं फड़िया। ऑन एयर देख रहे सारे दर्शकों का स्वागत। मैं हाँ परविंदर सिंह ਚੱਢਾ। ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਮਾਨ ਸਾਹਿਬ, ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਇੱਥੋਂ ਹੀ ਕਰਾਂਗੇ। ਤਬੀਅਤ ਕਿਸ ਤਰ੍ਹਾਂ ਦੀ ਰਹਿੰਦੀ, ਕਿਉਂਕਿ ਬੜੇ ਦਿਨ ਹੋ ਗਏ ਇਲੈਕਸ਼ਨਾਂ 'ਚ ਬਿਜ਼ੀ ਸੀ, ਸਿਹਤ ਠੀਕ ਹੈ? ਹਾਂ, ਮੈਂ ਤਾਂ ਸਮਝਦਾ ਕਿ ਠੀਕ ਹੈ। ਤੁਸੀਂ ਜੇ ਹੋਰ ਕੁਝ ਸਮਝਦੇ ਹੋ ਫਿਰ ਉਹ ਤੁਹਾਡੀ ਮਰਜ਼ੀ ਹੈ। ਨਹੀਂ ਮਾਨ ਸਾਹਿਬ, ਕਿਉਂਕਿ ਸ਼ਡਿਊਲ ਬੜਾ ਟਾਈਟ ਸੀ, ਤੁਸੀਂ ਕਾਫੀ ਦਿਨ ਆਪ ਭੱਜ ਦੌੜ ਕੀਤੀ, ਆਪ ਨੱਠ ਕੇ ਅੱਗੇ ਰਹੇ ਹੋ, ਪੂਰੇ ਅਮਰਗੜ੍ਹ ਹਲਕੇ ਦੇ ਵੀ ਤੁਸੀਂ ਆਪ ਵਿਚਰਦੇ ਰਹੇ ਹੋ। ਫਿਰ ਰੋਜ਼ ਵਰਜਿਸ਼ ਕਰੀਦੀ ਹੈ, ਸਿਹਤ ਠੀਕ ਰੱਖੀ ਦੀ ਹੈ। ਤੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਆਪਣਾ ਦੀਪ ਸਿੰਘ ਜੀ ਸਿੱਧੂ ਹਕੂਮਤ ਕਹਿੰਦੀ ਹੈ ਉਹਨਾਂ ਦੀ ਕਾਰ ਦੇ ਵਿੱਚੋਂ ਸ਼ਰਾਬ ਦੀ ਬੋਤਲ ਲੱਭੀ ਹੈ। ਜਦੋਂ ਸਰਦਾਰ ਦੀਪ ਸਿੰਘ ਸਿੱਧੂ ਬੜੇ ਫਿੱਟ ਸੀਗੇ, ਉਹ ਐਂਟਰਟੇਨਮੈਂਟ ਦੇ ਵਿੱਚ ਵੀ ਕੰਮ ਕੀਤਾ ਤੇ ਜਿਹੜੇ ਐਂਟਰਟੇਨਮੈਂਟ ਦੇ ਵਿੱਚ ਕੰਮ ਕਰਦੇ ਹੈ ਉਹ ਆਪਣੇ ਸਰੀਰ ਨੂੰ ਬਹੁਤ ਫਿੱਟ ਰੱਖਦੇ ਆ। ਉਹਨਾਂ ਦਾ ਸਰੀਰ ਦੇਖੋ, ਇਹ V ਸ਼ੇਪਡ ਸੀਗਾ, ਛਾਤੀ ਇੱਥੋਂ ਤੇ ਢਿੱਡ ਫੇਰ ਥੋੜ੍ਹਾ ਜਿਹਾ ਹੈ ਨਾ। ਹੁਣ ਮੇਰਾ ਮਤਲਬ ਹੈ ਕਿ ਸਾਨੂੰ ਸਾਰਿਆਂ ਨੂੰ ਫਿੱਟ ਰਹਿਣਾ ਚਾਹੀਦਾ ਤੇ ਇਹ ਤਾਂ ਬਹੁਤ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਉਹਨਾਂ ਦਾ ਫਿੰਗਰਪ੍ਰਿੰਟਸ ਨਹੀਂ ਲਏ। ਹੁਣ ਜਿਵੇਂ ਮੈਂ ਤੁਹਾਡੇ ਮਾਈਕ ਨੂੰ ਹੱਥ ਲਾਉਂਦਾ, ਇੱਥੇ ਮੇਰੇ ਫਿੰਗਰਪ੍ਰਿੰਟਸ ਨਿਸ਼ਾਨ ਆ ਗਏ ਹੈ ਨਾ। ਤੇ ਫੋਰੈਂਸਿਕ ਸਾਇੰਸ ਜਦੋਂ ਇਹ ਨਿਸ਼ਾਨ ਜਾਂਦੇ ਆ ਤੁਹਾਡਾ ਮਾਈਕ, ਉਹ ਦੱਸ ਸਕਣਗੇ ਕਿ ਇਹ ਸਿਮਰਨਜੀਤ ਸਿੰਘ ਮਾਨ ਦੇ ਫਿੰਗਰਪ੍ਰਿੰਟਸ ਨੇ। ਤੇ ਉਹ ਤਾਂ ਲਏ ਨਹੀਂ ਤੇ ਐਵੇਂ ਬਦਨਾਮ ਕਰਤਾ ਸਿੱਧੂ ਸਾਹਿਬ ਨੂੰ ਕਿ ਉਹਨਾਂ ਦੇ ਮੋਟਰ ਦੇ ਵਿੱਚੋਂ ਸ਼ਰਾਬ ਮਿਲੀ ਹੈ। ਜਦੋਂ ਬੰਦਾ ਕਲਾਕਾਰ ਹੋਵੇ ਤੇ ਉਹ ਦਾਰੂ ਪੀਏ
ਤੇ ਢਿੱਡ ਤੇ ਗੱਲਾਂ ਤੇ ਵੀ ਮਾਸ ਚੜ ਜੇ, ਫਿਰ ਉਹਨੂੰ ਇਹ ਕਲਾਕਾਰ ਦੀ ਦੁਨੀਆ ਕਿਵੇਂ ਉਹਨੂੰ ਕੌਂਟਰੈਕਟ ਦਿੰਦੀ ਹੈ, ਕਿਵੇਂ ਉਹਨੂੰ ਕਹਿੰਦੀ ਹੈ ਕਿ ਤੁਸੀਂ ਆ ਕੇ ਸਾਡੇ ਨਾਲ ਕੰਮ ਕਰੋ। ਇਹ ਹਿੰਦੁੱਤਵਾ ਨੂੰ ਥੋੜ੍ਹੀ ਜਿਹੀ ਹੋਸ਼ ਕਰਨੀ ਚਾਹੀਦੀ ਹੈ ਜਦੋਂ ਸਿੱਖ ਕੌਮ ਦੇ ਉੱਤੇ ਇਹੋ ਜਿਹੇ ਬਿਆਨਬਾਜ਼ੀ ਕਰਦੀ ਹੈ। ਮਾਨ ਸਾਹਿਬ, ਦੀਪ ਸਿੱਧੂ ਬਾਈ ਦਾ ਵੀ ਸੁਪਨਾ ਸੀ, ਵੀ ਆਖਰੀ ਸੁਪਨਾ ਦਾ ਰਹਿ ਗਿਆ ਉਹਨਾਂ ਦਾ ਵੀ, ਜਿਹੜਾ ਤੁਸੀਂ ਐਮਐਲਏ ਬਣੋ। ਮੈਂ ਜਿੱਤਦਾ ਦੇਖਦਾ ਚਾਹੁੰਦਾ, ਮੈਂ ਸਿਮਰਜੀਤ ਸਿੰਘ ਮਾਨ ਨੂੰ ਐਮਐਲਏ ਬਣਨਾ ਦੇਖਣਾ ਚਾਹੁੰਦਾ। ਹੁਣ ਕੱਲ ਅਮਰਗੜ੍ਹ ਦੇ ਲੋਕਾਂ ਦਾ ਕਿਵੇਂ ਦਾ ਸਾਥ ਰਿਹਾ? ਕੱਲ ਦੀ ਜੇ ਮੈਂ ਗੱਲ ਕਰਾਂ, ਕੱਲ ਦਾ ਕੀ ਰੁਝਾਨ ਰਿਹਾ, ਕਿਸ ਤਰ੍ਹਾਂ ਦਾ ਰੁਝਾਨ ਰਿਹਾ? ਸਾਰੇ ਪੰਜਾਬ ਦੇ ਵਿੱਚ ਜੀ ਡਟ ਕੇ ਸਾਰੇ ਸਾਡੇ ਸਮਰਥਕਾਂ ਨੇ ਦੀਪ ਸਿੰਘ ਦੇ ਕਹਿਣ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਵੋਟਾਂ ਬਹੁਤ ਜ਼ਿਆਦਾ ਪਈਆਂ। ਪਰ ਹੁਣ ਦੇਖਣਾ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਦਿੱਲੀ 'ਚ ਹੈ, ਉਹ ਜਿਹੜੀਆਂ EVM ਮਸ਼ੀਨਾਂ ਹੈ, ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਚਿੱਪ ਤਾਂ ਨਹੀਂ ਪਾ ਦੂਗਾ ਜਿਹਦੇ 'ਚ ਸਾਡੀ ਪਾਰਟੀ ਦੇ ਵੋਟ ਮਾਰੇ ਜਾਣ ਜਾਂ ਹੋਰ ਕਿਸੇ ਪਾਰਟੀ ਨੂੰ ਤਬਦੀਲ ਹੋ ਜਾਣ। ਸੋ ਅਸੀਂ ਆਪਣੀਆਂ ਫਿੰਗਰਸ ਕ੍ਰੋਸਡ ਕਰਕੇ ਰੱਖਦੇ ਹਾਂ ਕਿ ਜੇ ਇੰਡੀਆ ਨੇ ਆਪਣਾ ਨਾਂ ਇੱਕ ਜਮਹੂਰੀਅਤ ਪਸੰਦ ਮੁਲਕ ਸਾਰੇ ਪਾਸੇ ਪੇਸ਼ ਕਰਨਾ ਹੈ, ਫਿਰ ਇਹੋ ਜਿਹਾ ਕੰਮ ਨਾ ਕਰਨ ਜਿਹਦੇ ਨਾਲ EVM ਮਸ਼ੀਨਾਂ ਦੇ ਵਿੱਚ ਚਿੱਪ ਆਪਣਾ ਪਾ ਕੇ ਸਾਡੀਆਂ ਵੋਟਾਂ ਤਬਦੀਲ ਹੋ ਜਾਣ, ਬਾਦਲ ਨੂੰ, ਕਾਂਗਰਸ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਆਮ ਆਦਮੀ ਪਾਰਟੀ ਨੂੰ। ਜੋ ਕਰਕੇ ਸਾਰੀ ਦੁਨੀਆ ਨੇ ਦੇਖ ਲਿਆ ਕਿ ਸਾਡੇ ਪੋਲਿੰਗ ਬੂਥਸ ਦੇ ਉੱਤੇ ਕਿੰਨੇ ਕੱਟ ਸੀਗੇ ਤੇ ਦੂਜੀਆਂ ਪਾਰਟੀਆਂ ਦੇ ਬੂਥ ਲੱਗੇ ਵੀ ਨਹੀਂ ਹੈ। ਮਾਨ ਸਾਹਿਬ, ਤੁਸੀਂ ਵੀ ਮਤਲਬ ਇਲਜ਼ਾਮ ਲਾਉਂਦੇ ਹੋ ਵੀ ਜਿਹੜਾ ਚਿੱਪਾਂ ਲੱਗੀਆਂ ਹੋਈਆਂ ਨੇ ਇਹਨਾਂ EVM ਮਸ਼ੀਨਾਂ ਦੇ ਵਿੱਚ, ਕਿਉਂਕਿ ਭਾਜਪਾ ਦੇ ਲਗਾਤਾਰ ਆਰੋਪ ਲੱਗਦੇ ਆਏ ਵੀ ਦਿੱਲੀ ਦੇ ਵਿੱਚ, ਹੋਰ ਕਈ ਸਟੇਟਾਂ ਦੇ ਵਿੱਚ ਦੂਜੀਆਂ ਪਾਰਟੀਆਂ ਨੇ ਆਰੋਪ ਲਗਾਏ ਕਿ ਚਿੱਪਾਂ ਲੱਗੀਆਂ ਹੋਈਆਂ ਨੇ, EVM ਦੇ ਵਿੱਚ ਗੜਬੜੀ ਹੈ। ਹਾਂ, ਇਹ ਦੂਰ ਕਾਹਨੂੰ ਜਾਣਾ? ਜਦੋਂ ਆਪਣੇ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਬਣੇ ਹੈ, ਉਦੋਂ ਪਹਿਲਾਂ ਇਹਨਾਂ ਨੇ ਵੀ ਇਲਜ਼ਾਮ ਲਾਇਆ ਸੀਗਾ ਕਿ ਮੈਂ ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਕਰਨਾ ਹੈ। ਬਿਲਕੁਲ। ਪਰ ਮੇਰਾ ਮਤਲਬ ਹੈ ਕਿ ਫਿਰ ਉਸ ਤੋਂ ਬਾਅਦ ਇਹਨਾਂ ਦੀ ਸੁਲ੍ਹਾ BJP RSS ਨਾਲ ਹੋ ਗਈ ਹੋਣੀ ਹੈ, ਜਿਨ੍ਹਾਂ ਨੇ ਵਿਸ਼ਵਾਸ ਦਿੱਤਾ ਹੋਣਾ ਕਿ ਨਹੀਂ, ਤੁਹਾਡੇ ਨਾਲ ਇਹੋ ਜਿਹਾ ਕੰਮ ਨਹੀਂ ਹੋਊਗਾ। ਇਸ ਕਰਕੇ 4.5 ਸਾਲ ਉਹ ਕਾਂਗਰਸ ਦੇ ਚੀਫ ਮਿਨਿਸਟਰ ਨਹੀਂ ਰਹੇ, ਬਲਕਿ ਉਹ BJP RSS ਦੇ ਚੀਫ ਮਿਨਿਸਟਰ ਬਣ ਕੇ ਰਹੇ ਹੈ। ਅਤੇ ਕਿਸੇ ਵੀ ਬਾਦਲ ਦਰਿਏ ਨੂੰ ਉਹਨਾਂ ਨੇ ਸਮਗਲਿੰਗ ਦੇ ਵਿੱਚ ਫੜਿਆ ਨਹੀਂ, ਕਿਸੇ ਵੀ ਜਿਹੜੇ ਰੇਤ ਦਾ ਵਪਾਰ ਕਰਦੇ ਸੀ ਉਹਨਾਂ ਨੂੰ ਨਹੀਂ ਫੜਿਆ, ਕਿਉਂ ਕਰਕੇ ਉਹ ਸਾਰੇ BJP ਅਤੇ RSS ਦੀ ਛਾਇਆ ਦੇ ਹੇਠ ਉਹ ਕੰਮ ਕਰਦੇ ਸੀਗੇ। ਅਤੇ ਜਿਹੜੇ BJP RSS ਨਾਲ ਨਹੀਂ ਚੱਲਦੇ ਸੀਗੇ, ਉਹਨਾਂ ਦੇ ਰਿਸ਼ਤੇਦਾਰਾਂ ਅਤੇ ਉਹਨਾਂ ਦੇ ਉੱਤੇ ਵੀ ED ਦੀਆਂ ਰੇਡਾਂ ਕਰਾਈਆਂ ਗਈਆਂ। ਅਤੇ ਇਹ ਜਿਹੜੀਆਂ ਲਿਸਟਾਂ ਦਿੱਤੀਆਂ, ਕੈਪਟਨ ਅਮਰਿੰਦਰ ਸਾਹਿਬ ਨੇ ਪਹਿਲਾਂ ਕਹਿਤਾ ਸੀਗਾ ਕਿ ਮੇਰੇ ਕੋਲ ਸਾਰੇ 9 ਹੈਗੇ ਐ CID ਤੋਂ, ਜਿਨ੍ਹਾਂ ਨੇ ਰੇਤੇ ਦਾ ਕੰਮ ਨਜਾਇਜ਼ ਕੀਤਾ ਅਤੇ ਜਿਨ੍ਹਾਂ ਨੇ ਚਿੱਟੇ ਦਾ ਅਤੇ ਹੋਰ ਨਸ਼ਿਆਂ ਦਾ ਕੰਮ ਨਜਾਇਜ਼ ਕੀਤਾ। ਸੋ ਆਪਾਂ ਕਹਿ ਸਕਦੇ ਹਾਂ ਕਿ ਇੰਨੀ ਤਾਕਤ ਹੈ ਸੈਂਟਰ ਦੇ ਵਿੱਚ ਕਿ ਇਹ EVM ਮਸ਼ੀਨਾਂ ਨੂੰ ਵੀ ਚਿੱਪ ਲਾ ਸਕਦੀ ਹੈ। ਜੇ ਕੈਪਟਨ ਸਾਹਿਬ ਤੋਂ ਇਹ ਸਾਰਾ 4.5 ਸਾਲ ਆਪਣੇ ਬੰਦੇ ਬਚਾ ਕੇ ਰੱਖੇ ਹੈ, ਫਿਰ ਇਹ ਤਾਂ ਛੋਟੀ ਜਿਹੀ ਗੱਲ ਹੈ ਕਿ ਚਿੱਪ ਲਾ ਦਿਓ ਅਤੇ ਇਹ ਵੋਟ ਨੂੰ ਤਬਦੀਲ ਕਰ ਦਿਓ। ਕੈਪਟਨ ਸਾਹਿਬ ਕਹਿੰਦੇ ਵੀ ਜਿਨ੍ਹਾਂ ਨੇ ਰੇਤੇ ਦਾ ਕੰਮ ਕੀਤਾ, ਜਾਂ ਜਿਨ੍ਹਾਂ ਨੇ ਸਮਗਲਿੰਗ ਦਾ ਕੰਮ ਕੀਤਾ, ਜਾਂ ਜਿਨ੍ਹਾਂ ਨੇ ਕੋਈ ਵੀ ਮੇਰੇ ਰਾਜ ਦੇ ਵਿੱਚ ਗਲਤ ਕੰਮ ਕੀਤਾ, ਮੇਰੇ MLAs ਨੇ, ਤਾਂ ਮੈਂ ਇਸੇ ਲਈ ਆਵਾਜ਼ ਉਠਾਉਂਦਾ ਸੀ ਕਿ ਇਹ ਅਗਲੀ ਵਾਰ ਇਹਨਾਂ MLAs ਨੂੰ ਟਿਕਟ ਨਹੀਂ ਦੇਣੀ। ਇਸੇ ਕਰਕੇ ਉਹਨਾਂ ਨੇ ਮੈਨੂੰ ਦਰਕਨਾਰ ਕਰਤਾ, ਪਾਰਟੀ 'ਚੋਂ ਹੀ ਬਾਹਰ ਕਢਵਾਤਾ। ਨਹੀਂ, ਜੇ ਤੁਸੀਂ ਸੰਵਿਧਾਨ ਦੀ ਸਹੁੰ ਚੱਕਦੇ ਹੋ, ਫਿਰ ਤੁਹਾਨੂੰ ਕਾਨੂੰਨੀ ਤੌਰ 'ਤੇ ਅਤੇ ਸੰਵਿਧਾਨਕ ਤੌਰ ਦੇ ਉੱਤੇ ਚੀਫ ਮਿਨਿਸਟਰ ਨੂੰ ਕੇਸ ਰਜਿਸਟਰ ਕਰਨਾ ਪੈਂਦਾ ਹੈ ਜੋ ਜੁਰਮ ਕਰਦਾ ਹੈ। ਉਹਨਾਂ ਨੂੰ ਪੁੱਛੋ ਕਿ ਫਿਰ ਇਹ ਤੁਸੀਂ ਕਿਉਂ ਨਹੀਂ ਕੀਤਾ। ਤੁਹਾਡੀ ਡਿਊਟੀ ਸੀ ਬਤੌਰ, ਜਦੋਂ ਤੁਸੀਂ ਸੰਵਿਧਾਨ ਦੀ ਸਹੁੰ ਚੱਕੀ ਹੈ, ਕਿ ਤੁਸੀਂ ਸੰਵਿਧਾਨ ਦੇ ਮੁਤਾਬਕ ਚੀਫ ਮਿਨਿਸਟਰ ਦੀ ਕੁਰਸੀ 'ਤੇ ਬੈਠ ਕੇ ਇਨਸਾਫ ਕਰੋਗੇ। ਫਿਰ ਇਹ ਕਿਉਂ ਨਹੀਂ ਕੀਤਾ?
ਇਹ ਉਹਨਾਂ ਨੂੰ ਤੁਸੀਂ ਪੁੱਛੋ। ਮਾਨ ਸਾਹਿਬ ਜੇ ਫਿਰ ਆਪਾਂ ਦੀਪ ਸਿੱਧੂ ਵਾਲੀ ਬਾਈ ਤੇ ਗੱਲ ਤੇ ਆ ਜਾਂਦੇ ਆ। ਮੈਂ ਵੀ ਉੱਥੇ ਗਿਆ ਜਿਸ ਦਿਨ ਐਕਸੀਡੈਂਟ ਹੋਇਆ। ਮੈਂ ਰਾਤ ਨੂੰ ਤਕਰੀਬਨ 2:30 ਵਜੇ ਪਹੁੰਚ ਗਿਆ ਸੀਗਾ। ਜਿਸ ਤਰ੍ਹਾਂ ਤੁਸੀਂ ਸ਼ਰਾਬ ਦੀ ਗੱਲ ਕਰ ਰਹੇ ਹੋ, ਤਾਂ ਬਾਈ ਦੀ ਗੱਡੀ ਦੇ ਵਿੱਚ ਇੱਕ ਕਿਤਾਬ ਪਈ ਸੀ ਜਫਰਨਾਮਾ। ਤਾਂ ਉਹ ਕੱਢੀ ਮੁੰਡਿਆਂ ਨੇ ਮੈਨੂੰ ਦਿਖਾਈ, ਕਹਿੰਦੇ ਬਾਈ ਆਹ ਕਿਤਾਬ ਪਈ ਸੀਗੀ, ਤੇ ਪੁਲਿਸ ਵਾਲੇ ਕਹਿੰਦਾ ਇਲਜ਼ਾਮ ਲਾਈ ਜਾਂਦੇ ਆ। ਹਾਂ, ਫਿਰ ਉਹ ਜਿਹੜੀਆਂ ਘੜੀਸਾਂ ਪਈਆਂ ਨਾ ਸੜਕ ਦੇ ਉੱਤੇ, ਉਹਨਾਂ ਦੀ ਗੱਡੀ ਦੀਆਂ ਜਾਂ ਟਰੱਕ ਦੀਆਂ, ਮੇਰਾ ਖਿਆਲ ਟਰੱਕ ਦੀਆਂ, ਇਹਦਾ ਮਤਲਬ ਹੈ ਕਿ ਟਰੱਕ ਨੇ ਇੱਕਦਮ ਬ੍ਰੇਕਾਂ ਲਾਤੀਆਂ। ਪਰ ਹੁਕੂਮਤ ਨੇ ਇਹ ਨਹੀਂ ਦੱਸਿਆ ਕਿ ਟਰੱਕ ਦੇ ਅੱਗੇ ਆਇਆ ਕੀ ਸੀ ਜਿਹਦੇ ਨਾਲ ਉਸ ਨੂੰ ਇੱਕਦਮ ਬ੍ਰੇਕਾਂ ਲਾਉਣੀਆਂ ਪਈਆਂ। ਮੇਰੀ ਸਮਝ ਦੇ ਵਿੱਚ ਇਹਨਾਂ ਦੇ ਪਿੱਛੇ ਹੁਕੂਮਤ ਦੀ ਗੱਡੀ ਲੱਗੀ ਹੋਈ ਸੀ, ਜਿਹਦੀ ਸਲਾਹ ਡਰਾਈਵਰ ਦੇ ਨਾਲ ਮਿਲੀ ਹੋਈ ਸੀ। ਫਿਰ ਜਦੋਂ ਇਹਨਾਂ ਦੀ ਗੱਡੀ ਖੱਬੇ ਪਾਸੇ ਉਸ ਟਰੱਕ ਦੇ ਪਹੁੰਚ ਗਈ, ਤਾਂ ਫਿਰ ਪਿਛਲੀ ਗੱਡੀ ਨੇ ਟੈਲੀਫੋਨ ਕੀਤਾ ਕਿ ਤੂੰ ਹੁਣ ਜੈਮ ਕਰ ਦੇ ਇੱਕਦਮ ਬ੍ਰੇਕਾਂ ਨੂੰ, ਤਾਂ ਜਾ ਕੇ ਬ੍ਰੇਕਾਂ ਲੱਗੀਆਂ। ਦੂਸਰੀ ਗੱਲ ਹੈ, ਉਹਨਾਂ ਦੇ ਮੱਥੇ ਦੇ ਵਿੱਚ ਇੱਕ ਗੋਲ ਨਿਸ਼ਾਨ ਹੈ, ਅਤੇ ਜਦੋਂ ਟਰੱਕ ਨੇ ਸਰੀਆ ਨਹੀਂ ਸੀ ਲੱਦਿਆ ਹੋਇਆ, ਫਿਰ ਉਹ ਸਿਰਫ ਗੋਲ ਨਿਸ਼ਾਨ ਐਡਾ ਵੱਡਾ ਕਿਉਂ ਆਇਆ? ਮੇਰੀ ਸਮਝ ਦੇ ਵਿੱਚ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਮੱਥੇ ਦੇ ਵਿੱਚ। ਜੇ ਮਾਨ ਸਾਹਿਬ ਦੀ ਗੱਲ ਕੀਤੀ ਜਾਵੇ, ਥੋੜ੍ਹੇ ਸਮੇਂ ਦੇ ਵਿੱਚ ਤੁਹਾਡਾ ਦੀਪ ਸਿੱਧੂ ਆਣਾ ਨਾਲ ਵਧੀਆ ਪਿਆਰ ਬਣ ਗਿਆ, ਬਹੁਤ ਵਧੀਆ ਪਿਆਰ ਰਿਹਾ ਤੁਹਾਡੇ ਲਈ। ਕੰਪੇਨਿੰਗ ਕਰਨ ਇੱਥੇ ਆਏ ਅਮਰਗੜ੍ਹ ਹਲਕੇ ਦੇ ਵਿੱਚ ਯੂਥ ਨੂੰ ਅਪੀਲ ਕਰਦੇ ਰਹੇ ਹੋ। ਮਾਨ ਸਾਹਿਬ, ਜੇ ਮੈਂ ਪੁੱਛਾਂ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ ਤੁਹਾਡੀ ਦੀਪ ਸਿੱਧੂ ਆਣਾ ਨਾਲ? ਇੱਕ ਤਾਂ ਸ਼ੰਭੂ ਬਾਰਡਰ 'ਤੇ ਜਦੋਂ ਕਿਸਾਨਾਂ ਦਾ ਮੋਰਚਾ ਫਤਿਹ ਹੋਇਆ, ਉਦੋਂ ਪਹਿਲਾਂ ਵੀ ਮੇਰੇ ਕਿਲ੍ਹਾ ਹਰਨਾਮ ਸਿੰਘ ਪਿੰਡ ਦੇ ਡਰਾਇੰਗ ਰੂਮ 'ਚ ਹੋਈ ਸੀ, ਜਿੱਥੇ ਮੈਂ ਉਹਨਾਂ ਨੂੰ ਸਾਫਾ ਬੰਨ੍ਹਿਆ ਸੀ। ਅਤੇ ਜਿਹੜਾ ਹੁਣ ਝਾੜੂ ਚੱਕ ਕੇ ਉਹਨਾਂ ਨੇ ਬਿਆਨ ਦਿੱਤਾ ਹੈ, ਉਹਨਾਂ ਦੇ ਇੱਕ ਹੱਥ ਦੇ ਵਿੱਚ ਜਿਹੜੀ ਕਿਰਪਾਨ ਫੜੀ ਸੀ ਉਹ ਵੀ ਮੇਰੀ ਸੀਗੀ। ਸੋ ਮੇਰਾ ਮਤਲਬ ਹੈ ਕਿ ਸਾਫਾ ਪਹਿਲੀ ਵਾਰੀ ਮੈਂ ਉਹਨਾਂ ਨੂੰ ਆਪਣੇ ਡਰਾਇੰਗ ਰੂਮ ਦੇ ਵਿੱਚ ਬਣਾਇਆ ਸੀਗਾ, ਜਦੋਂ ਕਿਸਾਨ ਮੋਰਚਾ ਫਤਿਹ ਕਰਕੇ ਆਏ ਹੈ। ਅਤੇ ਜਦੋਂ ਉਹਨਾਂ ਨੇ ਕੇਸਰੀ ਨਿਸ਼ਾਨ ਲਾਲ ਕਿਲ੍ਹੇ ਦੇ ਉੱਤੇ ਚੜ੍ਹਾਇਆ, ਇਹ ਸਦੀਆਂ ਬਾਅਦ ਚੜ੍ਹਿਆ। ਪਹਿਲਾ ਨਿਸ਼ਾਨ ਸਾਹਿਬ ਬਾਬਾ ਬਘੇਲ ਸਿੰਘ ਜੀ ਨੇ 1783 ਦੇ ਵਿੱਚ ਚਾੜ੍ਹਿਆ ਸੀ। ਉਸ ਤੋਂ ਬਾਅਦ ਫਿਰ ਸਿੱਖਾਂ ਨੇ ਲਾਲ ਕਿਲ੍ਹੇ ਦੇ ਉੱਤੇ ਨਿਸ਼ਾਨ ਸਾਹਿਬ ਚਾੜ੍ਹਿਆ। ਮਾਨ ਸਾਹਿਬ, ਕੋਈ ਐਸਾ ਕਿੱਸਾ ਜਿਹੜਾ ਦੀਪ ਸਿੱਧੂ ਨਾਲ ਜਿਹੜਾ ਸਦਾ ਯਾਦ ਰਹੇਗਾ, ਮਤਲਬ ਤੁਹਾਡੇ ਜ਼ਿਹਨ ਦੇ ਵਿੱਚ ਰਹੇਗੀ ਗੱਲ, ਉਹ ਹਮੇਸ਼ਾ ਮਤਲਬ ਇੱਕ ਯਾਦ ਬਣ ਕੇ ਉਹ ਤੁਹਾਡੇ ਕੋਲ ਰਹੇਗੀ? ਉਹ ਤਾਂ ਉਹਨਾਂ ਦਾ ਜੀਵਨ ਹੈ, ਉਹਨਾਂ ਦਾ ਸਰੀਰ ਹੈ ਜਿਹੜਾ ਬਿਲਕੁਲ ਫਿੱਟ ਸੀਗਾ। ਬਹੁਤ ਉਹਨਾਂ ਦੇ ਵਿੱਚ ਐਨਰਜੀ ਸੀਗੀ, ਫੁਰਤੀ ਸੀਗੀ। ਅਤੇ ਉਹ ਕਿੰਗਸ ਕਾਲਜ ਲੰਡਨ ਤੋਂ ਵਕਾਲਤ ਕਰਕੇ ਆਏ ਸੀਗੇ, ਅਤੇ ਉੱਥੋਂ ਹੀ ਪਹਿਲਾਂ ਹਿੰਦੂਆਂ ਦੇ ਲੀਡਰ ਗਾਂਧੀ ਅਤੇ ਨਹਿਰੂ ਵਕਾਲਤ ਕਰਕੇ ਆਏ ਸੀ, ਅਤੇ ਮੁਸਲਮਾਨਾਂ ਦੇ ਲੀਡਰ ਮੁਹੰਮਦ ਅਲੀ ਜਿੰਨਾ ਵੀ ਉੱਥੋਂ ਵਕਾਲਤ ਕਰਕੇ ਆਏ ਸੀ। ਇਸ ਕਰਕੇ ਜਦੋਂ ਅੰਗਰੇਜ਼ਾਂ ਨੇ ਆਪਣਾ ਰਾਜ ਛੱਡਣਾ ਸੀ, ਉਹ ਗੱਲਬਾਤ ਟੇਬਲ ਦੇ ਉੱਤੇ ਹੋਈ ਸੀ, ਅਤੇ ਇਹ ਵਧੀਆ ਅੰਗਰੇਜ਼ਾਂ ਦੇ ਮੁਲਕ ਤੋਂ ਜਿਹੜੇ ਵਕੀਲ ਪੜ੍ਹੇ ਲਿਖੇ ਸੀ, ਉਹਨਾਂ ਨੇ ਦਲੀਲ ਦੇ ਨਾਲ ਪੇਸ਼ ਕੀਤਾ ਆਪਣਾ ਕੇਸ ਕਿ ਹਿੰਦੂਆਂ ਨੂੰ ਇੰਡੀਆ ਮਿਲਣਾ ਚਾਹੀਦਾ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲਣਾ ਚਾਹੀਦਾ। ਪਰ ਘਾਟ ਹੈ ਕਿ ਉਸ ਵੇਲੇ ਸਿੱਖਾਂ ਦੇ ਕੋਲੇ ਇਹੋ ਜਿਹਾ ਤਕੜਾ ਵਕੀਲ ਨਹੀਂ ਸੀ ਜਿਹਦੇ ਨਾਲ ਅਸੀਂ ਆਪਣੀ ਬਾਜੀ ਹਾਰ ਗਏ। ਅਤੇ ਜੇ ਉਦਣ ਸਰਦਾਰ ਦੀਪ ਸਿੰਘ ਸਿੱਧੂ ਹੁੰਦਾ ਤਾਂ ਅਸੀਂ ਬਾਜੀ ਨਹੀਂ ਸੀ ਹਾਰਨੀ। ਇਹ ਹੈ। ਮਾਨ ਸਾਹਿਬ, ਇੱਕ ਨਾ ਫੇਸਬੁੱਕ ਦੇ ਉੱਤੇ ਗੱਲ ਬੜੀ ਜਿਹੜੀ ਟਰੋਲ ਹੋ ਰਹੀ ਹੈ, ਬੜੀ ਫੇਮਸ ਹੋ ਰਹੀ ਹੈ ਗੱਲ, ਕਹਿੰਦੇ ਮਾਨ ਸਾਹਿਬ ਨੇ ਅਜਿਹੇ ਬੋਲ ਕਹੇ ਦੀਪ ਸਿੱਧੂ ਨੂੰ, ਕਹਿੰਦੇ ਵੀ ਮਾਨ ਸਾਹਿਬ ਨੇ ਕਿਹਾ ਵੀ ਮੈਨੂੰ ਸਿੱਖ ਕੌਮ ਦਾ ਯੋਧਾ ਮਿਲ ਗਿਆ ਜਿਹਦੇ ਹੱਥ ਮੈਂ ਮਸ਼ਾਲ ਫੜਾਉਣੀ ਸੀ, ਪਰ ਮੇਰੇ ਤੋਂ ਪਹਿਲਾਂ ਹੀ ਤੁਰ ਗਿਆ। ਮੈਂ ਕਿਹਾ ਤਾਂ ਹੈ ਕਿ 1947 ਦੇ ਵਿੱਚ ਜੇ ਇਹੋ ਜਿਹਾ ਵਕੀਲ ਸਿੱਧੂ ਸਾਹਿਬ ਵਰਗਾ ਹੁੰਦਾ ਤਾਂ ਆਪਾਂ ਬਾਜੀ ਨਹੀਂ ਸੀ ਹਾਰਨੀ। ਅਤੇ ਇਹਦਾ ਮਤਲਬ ਸਮਝ ਲਓ ਕੀ ਹੈ। ਨਹਿਰੂ, ਗਾਂਧੀ, ਮੁਹੰਮਦ ਅਲੀ ਜਿੰਨ੍ਹਾਂ ਦੇ ਬਰਾਬਰ ਦਾ ਵਕੀਲ ਸਿੱਖਾਂ ਦਾ ਹੋਣਾ ਸੀਗਾ, ਫਿਰ ਇਦੋਂ ਜ਼ਿਆਦਾ ਮੈਂ ਕੀ ਕਹਿ ਸਕਦਾ ਹੈਗਾ।
ਮਾਨ ਸਾਹਿਬ 24 ਤਰੀਕ ਦਾ ਦੀਪ ਸਿੱਧੂ ਬਾਈ ਦਾ ਜਿਹੜਾ ਭੋਗ ਹੈ ਫਤਿਹਗੜ੍ਹ ਸਾਹਿਬ, ਉੱਥੇ ਇੱਕ ਵੱਖਰਾ ਇੱਕ ਹੋਰ ਹੁਣੇ ਮੈਨੂੰ ਪਤਾ ਲੱਗਿਆ, ਕਹਿੰਦੇ ਅੰਮ੍ਰਿਤ ਸੰਚਾਰ ਜਿਹੜਾ ਨਾਲ ਉੱਥੇ ਕਈ ਮੁੰਡਿਆਂ ਨੂੰ ਕਰਾਉਣਾ ਹੈ। ਇਹਦਾ ਮੈਨੂੰ ਤਾਂ ਨਹੀਂ ਪਤਾ, ਪਰ ਅੰਮ੍ਰਿਤ ਸੰਚਾਰ ਕਰਾਉਣਾ ਬਹੁਤ ਅੱਛੀ ਗੱਲ ਹੈ ਤੇ ਪੁਲਿਸ ਨੂੰ ਪੂਰਾ ਇੰਤਜ਼ਾਮ ਕਰਨਾ ਚਾਹੀਦਾ ਹੈ, ਡਿਪਟੀ ਕਮਿਸ਼ਨਰ ਨੂੰ, ਕਿ ਕੋਈ ਉੱਥੇ ਕ੍ਰਿਮੀਨਲ ਨਾ ਹੋਵੇ, ਕੋਈ ਇਹ ਪਹਾੜੇ ਦਾ ਗਨਮੈਨ ਨਾ ਹੋਵੇ। ਜਿਵੇਂ ਪਹਾੜੇ ਦੇ ਉੱਤੇ ਗਨਮੈਨ ਹੁੰਦੇ ਹੈ, ਲੋਕਾਂ ਨੂੰ ਮਾਰ ਦਿੰਦੇ ਹੈ, ਉੱਥੇ ਬੀਬੀਆਂ ਹੋਣਗੀਆਂ, ਬੀਬੀਆਂ ਦਾ ਪੂਰਾ ਖਿਆਲ ਹੋਣਾ ਚਾਹੀਦਾ ਹੈ। ਉੱਥੇ ਬੱਚੇ ਹੋਣੇ ਚਾਹੀਦੇ ਹੈ, ਲੱਖ ਦੇ ਇਕੱਠ ਦੇ ਵਿੱਚ ਬੱਚੇ ਗਵਾਚ ਜਾਂਦੇ ਆ, ਉਹਦਾ ਖਿਆਲ ਹਕੂਮਤ ਰੱਖੇ। ਸਾਰੇ ਪਾਸੇ ਲੰਗਰ ਦਾ ਇੰਤਜ਼ਾਮ ਸਿੱਧੂ ਸਾਹਿਬ ਦਾ ਪਰਿਵਾਰ ਕਰ ਰਿਹਾ ਹੈ, ਸਾਰੀਆਂ ਚੀਜ਼ਾਂ। ਫਿਰ ਟ੍ਰੈਫਿਕ ਦਾ ਜਿਹੜਾ ਹੈਗਾ ਇੰਤਜ਼ਾਮ ਉਹ ਵੀ ਪੁਲਿਸ ਤੇ ਉੱਥੋਂ ਦਾ ਨਿਜ਼ਾਮ ਕਰੇ। ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀ ਦੇ ਲਈ ਪ੍ਰਬੰਧ ਹੋਣਾ ਚਾਹੀਦਾ। ਤੇ ਗੁਰਦੁਆਰਾ ਸਾਹਿਬ SGPC ਨੂੰ ਵੀ ਆਪਣਾ ਨੁਮਾਇੰਦਾ ਭੇਜਣਾ ਚਾਹੀਦਾ, ਕਿਉਂ ਕਰਕੇ SGPC ਵੱਲੋਂ ਤੇ ਬਾਦਲ ਦਲੀਆ ਵੱਲੋਂ, ਕਾਂਗਰਸ ਵੱਲੋਂ, ਆਮ ਆਦਮੀ ਪਾਰਟੀ ਵੱਲੋਂ, BJP RSS ਵੱਲੋਂ ਉਹਨਾਂ ਦੇ ਸੰਸਕਾਰ ਤੇ ਕੋਈ ਵੀ ਹਾਜ਼ਰ ਨਹੀਂ ਸੀ ਤੇ ਕਿਸੇ ਨੇ ਵੀ ਬਿਆਨ ਨਹੀਂ ਦਿੱਤਾ ਕਿ ਇਹ ਮਾੜਾ ਹੋਇਆ। ਦੇਖੋ, ਮੈਂ ਤੁਹਾਡੇ ਕਰਕੇ ਨਾ ਫੋਨ ਨੂੰ ਚੁੱਪ ਕਰਾਤਾ ਸੀ, ਪਰ ਤੁਸੀਂ ਆਪ ਐ ਨਹੀਂ ਕਰੀਦਾ। ਜਿਹੜੇ ਜਰਨਲਿਸਟ ਹੁੰਦੇ ਆ ਨਾ, ਉਹ ਹੁੰਦੇ ਆ ਮੈਨੂੰ ਯਾਦ ਨਹੀਂ ਰਿਹਾ ਅਸਲ 'ਚ ਫੋਨ ਯਾਦ ਹੋਣਾ ਚਾਹੀਦਾ। ਇਹ ਤੁਹਾਡਾ ਧੰਦਾ ਹੈ, ਇਹ ਤੁਹਾਡੀ ਪ੍ਰੋਫੈਸ਼ਨ ਹੈ ਭਾਈ ਸਾਹਿਬ। ਤੇ ਜੇ ਤੁਸੀਂ ਸਿੱਖ ਹੋ, ਦਾੜੀ ਕੇਸ ਵੀ ਰੱਖੋ, ਤੁਹਾਡੀ ਇੱਜ਼ਤ ਵਧੇ, ਸਾਰਾ ਕੁਛ ਹੈ। ਇੱਥੇ ਮਲੇਰਕੋਟਲੇ 'ਚ ਮੈਨੂੰ ਨਹੀਂ ਪਤਾ ਲੱਗਦਾ, ਜੇ ਤੁਸੀਂ ਕਿਸੇ ਇਕੱਠ ਦੇ ਵਿੱਚ ਮਿਲ ਜਾਓ, ਕਿ ਤੁਸੀਂ ਮੁਸਲਮਾਨ ਹੋ ਕਿ ਹਿੰਦੂ ਹੋ, ਕਿ ਕੀ ਚੀਜ਼ ਹੈ। ਕੋਈ ਚੀਜ਼ ਤਾਂ ਨਜ਼ਰ ਆਉਣੀ ਚਾਹੀਦੀ ਹੈ ਕਿ ਨਹੀਂ। ਮਾਨ ਸਾਹਿਬ, ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਕਿ ਮੈਂ ਹਮੇਸ਼ਾ ਤਾਂ ਹਾਰ ਜਾਂਦਾ ਵੀ ਮੇਰੀ ਕੌਮ ਸਾਥ ਨਹੀਂ ਦਿੰਦੀ, ਪਰ ਕੱਲ ਦੀਆਂ ਤਸਵੀਰਾਂ ਜਿਹੜੀਆਂ ਹੋਰ ਹੀ ਕੁਝ ਬਿਆਨ ਕਰਦੀਆਂ। ਕੱਲ ਜਨ ਸੈਲਾਬ ਕਿੰਨਾ ਆ ਗਿਆ, ਹਰੇਕ ਕਲਾਕਾਰ ਵੀ ਤੁਹਾਡੀ ਹਮਾਇਤ ਦੇ ਵਿੱਚ ਪਹੁੰਚਿਆ ਕੱਲ। ਉਹ ਤਾਂ ਬਹੁਤ ਅੱਛਾ ਹੋਇਆ ਜੀ, ਪਰ ਹੁਣ ਇਹ ਸਾਰਾ ਸਿਲਸਿਲਾ ਹਿੰਦੂਤਵਾਦੀ BJP RSS ਦੇ ਥੱਲੇ ਚੱਲ ਰਿਹਾ। ਜਿਹੜਾ ਸੈਂਟਰਲ ਇਲੈਕਸ਼ਨ ਕਮਿਸ਼ਨ ਹੈ, ਉਸ ਨੇ ਸਾਨੂੰ ਇਲੈਕਸ਼ਨਾਂ ਦੇ ਲਈ ਇੱਕ ਸਿੰਬਲ ਨਹੀਂ ਦਿੱਤਾ, ਜਦ ਕਿ ਸਾਡੀ ਪਾਰਟੀ ਰਜਿਸਟਰਡ ਪਾਰਟੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ, ਜਿਨ੍ਹਾਂ ਦੀ ਪਾਰਟੀ ਰਜਿਸਟਰਡ ਨਹੀਂ ਸੀ, ਉਹਨਾਂ ਨੂੰ ਤਾਂ ਚੋਣ ਨਿਸ਼ਾਨ ਦੇਤੇ, ਪਰ ਸਾਨੂੰ ਇੱਕ ਚੋਣ ਨਿਸ਼ਾਨ ਨਹੀਂ ਦਿੱਤਾ। ਜਦ ਕਿ ਅਸੀਂ ਆਪਣੇ ਜਨਰਲ ਸੈਕਟਰੀ ਸੈਂਟਰਲ ਇਲੈਕਸ਼ਨ ਕਮਿਸ਼ਨ ਦੇ ਕੋਲੇ ਭੇਜੇ, ਉਹਨਾਂ ਨੂੰ ਚਿੱਠੀਆਂ ਭੇਜੀਆਂ, ਪਰ ਸਾਡੇ ਨਾਲ ਬਹੁਤ ਬੇਇਨਸਾਫੀ ਇਲੈਕਸ਼ਨ ਕਮਿਸ਼ਨ ਨੇ ਕੀਤੀ ਹੈ, ਜੋ ਕਿ ਧਾਰਾ 14 ਦੇ ਬਰਖਲਾਫ ਹੈ ਸੰਵਿਧਾਨ ਦੇ। ਜਿਹੜਾ ਧਾਰਾ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ, ਤੇ ਜੇ ਅਸੀਂ ਬਰਾਬਰ ਹੈ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਸੁਖਦੇਵ ਸਿੰਘ ਢੀਂਡਸੇ ਦੀਆਂ ਪਾਰਟੀਆਂ ਨੂੰ ਚੋਣ ਨਿਸ਼ਾਨ ਕਿਉਂ ਦਿੱਤੇ ਗਏ ਤੇ ਸਾਨੂੰ ਕਿਉਂ ਨਹੀਂ ਦਿੱਤੇ ਗਏ। ਇਹ ਜਿਹੜਾ ਘੋੜਾ ਮਾਲਾ ਹੈ, ਸਾਨੂੰ ਸ਼ੱਕ ਪੈਂਦਾ ਹੈ ਕਿ ਜਿਹੜੀਆਂ EVM ਮਸ਼ੀਨਾਂ, ਜਿਹੜੀਆਂ ਮੈਂ ਪਹਿਲਾਂ ਕਹਿ ਚੁੱਕਿਆ, ਉਹਦੇ 'ਚ ਘੋੜਾ ਮਾਲਾ ਨਾ ਕਰ ਦੇਣ, ਚਿੱਪ ਦੂਸਰੇ ਪਾ ਕੇ। ਜਾਂਦੇ ਜਾਂਦੇ ਇੱਕ ਲਾਸਟ ਗੱਲ ਕਰਨਾ ਚਾਹਾਂਗੇ, 24 ਤਰੀਕ ਲਈ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਦੀਪ ਸਿੱਧੂ ਦਾ ਉੱਥੇ ਜਿਹੜਾ ਭੋਗ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ, ਉਹ ਤਾਂ ਕੌਮ ਇੱਕ ਗੁੱਟ ਹੋ ਕੇ ਮੰਗ ਕਰੇ ਕਿ ਇੰਟਰਨੈਸ਼ਨਲੀ UN ਦੀ ਤਫਤੀਸ਼ ਹੋਣੀ ਚਾਹੀਦੀ ਹੈ। ਜਿਵੇਂ ਲੀਬੀਆ ਦਾ ਪ੍ਰਾਈਮ ਮਿਨਿਸਟਰ ਮਾਰਿਆ ਗਿਆ ਸੀ, ਬੀਬੀ ਬੇਨਜ਼ੀਰ ਭੁੱਟੋ ਮਾਰੀ ਗਈ ਸੀ, ਤੇ UN ਦੀ ਤਫਤੀਸ਼ ਹੋਈ ਸੀਗੀ। ਇਸੇ ਤਰ੍ਹਾਂ ਇੱਕ ਬਹੁਤ ਵੱਡਾ ਤੁਹਾਡੇ ਵਰਗਾ ਜਰਨਲਿਸਟ ਧਿਰਨ ਭਗਤ ਸੀਗਾ, ਜਿਹਨੂੰ ਮਾਰ ਦਿੱਤਾ ਗਿਆ ਸੀ ਰਾਜੀਵ ਗਾਂਧੀ ਦੀ ਹਕੂਮਤ ਨੇ, ਕਿਉਂ ਕਰਕੇ ਉਸ ਵੇਲੇ ਜਿਹੜੇ ਮਿਨਿਸਟਰ ਆਫ ਸਟੇਟ ਗ੍ਰਹਿ ਦੇ ਸੀਗੇ ਚਿਦੰਬਰਮ ਸਾਹਿਬ, ਉਹਨਾਂ ਨੇ ਬਹੁਤ ਭਰੇ ਭਰਾਏ ਹਵਾਈ ਜਹਾਜ਼ ਅਫਗਾਨਿਸਤਾਨ ਤੋਂ ਮੰਗਾਏ ਸੀਗੇ। ਜਦੋਂ ਅਫਗਾਨਿਸਤਾਨ ਨੱਪਿਆ ਹੋਇਆ ਸੀਗਾ, ਸੋਵੀਅਤ ਰੂਸ ਦਾ ਰਾਜ ਸੀਗਾ, ਤੇ ਉਹ ਜਿਹੜਾ ਅਸਲਾ ਇੱਥੇ
ਹਿੰਦੁਸਤਾਨ ਦੇ ਵਿੱਚ ਮੰਗਾਇਆ ਗਿਆ, ਉਹ ਜਿਹੜੇ ਸਿੱਖ ਲੜਾਈ ਕਰ ਰਹੇ ਸੀ ਆਜ਼ਾਦੀ ਦੀ, ਇਹ ਉਹਨਾਂ ਦੇ ਖਿਲਾਫ ਕਾਊਂਟਰ ਇੰਸਰਜੈਂਟਸ ਨੂੰ ਟ੍ਰੇਨ ਕਰਕੇ ਬਾਬਾ ਬਿਰਸਾ ਸਿੰਘ ਦੇ ਡੇਰੇ ਦੇ ਵਿੱਚ ਉਹਨਾਂ ਨੂੰ ਪਾਠ ਸਿਖਾਇਆ ਗਿਆ, ਕਿਵੇਂ ਸਿੱਖਾਂ ਦਾ ਪਹਿਨਾਵਾ ਹੈਗਾ, ਇਹ ਕਿਵੇਂ 5 ਬਾਣੀਆਂ ਦਾ ਪਾਠ ਕਰਦੇ ਆ, ਸਾਰੀ ਸਿੱਖਾਂ ਦੀ ਮਰਿਆਦਾ, ਖਾਣ ਪੀਣ ਦੀ ਉਠਾ, ਉਹ ਸਿਖਾਈ ਗਈ। ਫਿਰ ਉਹ ਲੋਕ ਸਿੱਖਾਂ ਦੀਆਂ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਵਾੜਿਆ ਗਿਆ, ਇਨਫਿਲਟਰੇਟ ਕਰਤਾ, ਅਤੇ ਉਹਨਾਂ ਨੇ ਜਾ ਕੇ ਘਰਾਂ ਦੇ ਵਿੱਚ, ਲੋਕੀ ਬਹੁਤ ਇੱਜ਼ਤ ਕਰਦੇ ਸੀ, ਉਹਨਾਂ ਨੇ ਲੋਕਾਂ ਦੀ ਕੁੜੀਆਂ ਦੇ ਨਾਲ ਬਲਾਤਕਾਰ ਕੀਤੇ, ਅਤੇ ਜਿੱਥੇ ਜਾਂਦੇ ਸੀਗੇ ਉਦੋਂ 12 ਘੰਟੇ ਬਾਅਦ ਪੁਲਿਸ ਦੇ ਛਾਪੇ ਵੱਜ ਜਾਂਦੇ ਸੀਗੇ, ਅਤੇ ਫਿਰ ਪੁਲਿਸ ਅਤੇ ਫੌਜ ਅਤੇ BSF ਉਹਨਾਂ ਨੂੰ ਮਾਰ ਦਿੰਦੀ ਸੀਗੀ। ਸੋ ਇਹੋ ਜਿਹਾ ਜਿਹੜਾ ਜ਼ੁਲਮ ਇੰਡੀਆ ਨੇ ਕੀਤਾ ਨਾ, ਇਹ ਮੈਨੂੰ ਵਿਸ਼ਵਾਸ ਨਹੀਂ ਹੈ ਕਿ ਇਹ ਆਜ਼ਾਦ ਇਲੈਕਸ਼ਨ ਹੋਣਗੇ ਜਾਂ ਹਕੂਮਤ ਰਹਿਣ ਦਊਗੀ। ਅਤੇ ਜੇ ਇਹਨਾਂ ਨੇ ਕੋਈ ਵੀ ਖਰਾਬੀ ਕੀਤੀ, ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਇੰਡੀਆ ਦੀ ਬਹੁਤ ਬਦਨਾਮੀ ਹੋਊਗੀ, ਕਿਉਂ ਕਰਕੇ ਜਿਹੜੀ ਧਾਰਮਿਕ ਆਜ਼ਾਦੀ ਹੈ ਉਹ ਮੁਸਲਮਾਨਾਂ ਦੇ ਲਈ ਖਤਮ ਕੀਤੀ ਗਈ ਹੈ। ਉਹਨਾਂ ਦੀਆਂ ਬੀਬੀਆਂ ਨੂੰ ਹਿਜਾਬ ਨਹੀਂ ਪਹਿਨਣ ਦਿੰਦੇ, ਅਤੇ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਗੈਰ ਸੰਵਿਧਾਨਕ ਕਾਨੂੰਨ ਐਫਸਪਾ ਲਾ ਕੇ ਫੌਜਾਂ ਨੂੰ ਪੂਰੀਆਂ ਤਾਕਤਾਂ ਦਿੱਤੀਆਂ ਕਿ ਕਿਸੇ ਨੂੰ ਗੋਲੀ ਮਾਰ ਦਿਓ, ਕਿਸੇ ਦਾ ਜਬਰ ਜਨਾਹ ਕਰ ਦਿਓ, ਕਿਸੇ ਨੂੰ ਫੱਟੜ ਕਰ ਦਿਓ, ਕਿਸੇ ਨੂੰ ਟੌਰਚਰ ਕਰ ਦਿਓ, ਤਸੀਹੇ ਦੇ ਦਿਓ, ਕਿਸੇ ਨੂੰ ਮਹੀਨਿਆਂ ਤੱਕ ਆਪਣੇ ਕੋਲੇ ਰੱਖੋ, ਉੱਥੇ ਕਾਨੂੰਨ ਨਹੀਂ ਹੈ। ਅਤੇ ਇਸ ਤਰ੍ਹਾਂ ਜੋ ਕੁਛ ਅੱਜ ਰਾਜ ਹੋ ਰਿਹਾ ਹਿੰਦੂਤਵਾ ਦਾ, ਇਹ ਬਹੁਤ ਖਤਰਨਾਕ ਹੈ। ਅਤੇ ਉੱਥੇ ਜਿਹੜੀ ਖੁਦ ਮੁਖਤਿਆਰੀ ਦਾ ਉੱਥੇ ਕਸ਼ਮੀਰ ਦੇ ਕੋਲੇ ਸਟੇਟਸ ਸੀਗਾ, ਉਹ ਵੀ 5 ਅਗਸਤ 2019 ਦੇ ਵਿੱਚ ਮੋਦੀ ਸਰਕਾਰ ਨੇ ਰੱਦ ਕਰਤਾ ਹੈ, ਜਿਹੜਾ ਕਿ ਮੁਸਲਮਾਨ ਅਤੇ ਘੱਟ ਗਿਣਤੀਆਂ ਦੀ ਜਾਨ ਐ ਪੰਜੇ 'ਚ ਫਸਾਈ ਹੋਈ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਤੁਹਾਡੇ ਉੱਤੇ ED ਦੀ ਤਫਤੀਸ਼ ਸ਼ੁਰੂ ਹੋ ਜੂਗੀ, ਕਿਸ ਵੇਲੇ ਤੁਹਾਡੇ ਘਰਾਂ ਦੇ ਵਿੱਚ ਛਾਪੇ ਪੈ ਜਾਣਗੇ। ਜਦ ਕਿ ਅਸੀਂ ਅੰਗਰੇਜ਼ਾਂ ਤੋਂ ਕਾਨੂੰਨ ਸਿੱਖਿਆ, ਅੰਗਰੇਜ਼ਾਂ ਦੇ ਨਾਲ ਰਹੇ ਹੈ। ਅੰਗਰੇਜ਼ਾਂ ਦਾ ਇੱਕ ਕਾਨੂੰਨ ਹੈ ਕਿ ਇੰਗਲਿਸ਼ਮੈਨਸ ਕਾਸਲ ਇਜ਼ ਹਿਜ਼ ਹੋਮ, ਕਿ ਉਹਦਾ ਜਿਹੜਾ ਕਿਲ੍ਹਾ ਨਾ ਅੰਗਰੇਜ਼ ਦਾ, ਉਹ ਉਹਦਾ ਘਰ ਹੈ। ਪਰ ਸਾਡੇ ਕੋਲੇ ਉਹੋ ਜਿਹਾ ਘਰ ਨਹੀਂ ਰਹਿਣ ਦਿੱਤਾ। ਸਿੱਧਾ ED ਦੀ ਤਫਤੀਸ਼ਾਂ, NSA ਦੀਆਂ ਤਫਤੀਸ਼ਾਂ, ਸਾਡੇ 'ਤੇ ਤਸੀਹੇ ਦਿੱਤੇ ਜਾਂਦੇ ਹੈ। ਸੋ ਜਿਹੜਾ ਜਮਹੂਰੀਅਤ ਹੈ, ਇਹਦੇ ਬਾਰੇ ਨਾ ਸੁਪਰੀਮ ਕੋਰਟ ਬੋਲਦੀ ਹੈ, ਨਾ ਸਾਡੀ ਹਾਈ ਕੋਰਟਸ ਬੋਲਦੀ ਹੈ। ਤੁਸੀਂ ਦੇਖੋ ਕਿ ਡਰੱਗ ਲਾਰਡਸ ਨੂੰ ਅਤੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਆ, ਹੁਣੇ 15 ਦਿਨ ਹੋਏ ਆ, ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤਾਂ ਦੇ ਉੱਤੇ ਛੱਡਤਾ ਹੈ। ਸੋ ਮੇਰਾ ਮਤਲਬ ਹੈ ਕਿ ਜਦੋਂ ਕਾਨੂੰਨ ਦਾ ਫਾਹ ਅੜਾਤਾ ਹੈ ਅਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੀ ਸਾਨੂੰ ਇਨਸਾਫ ਨਹੀਂ ਦਿੰਦੇ, ਅਤੇ ਫਿਰ ਜਿਹੜਾ ਕਹਿੰਦੇ ਹੈ, ਅੰਗਰੇਜ਼ੀ ਦੀ ਕਹਾਵਤ ਹੈ ਕਿ ਇਨਸਾਫ ਸਿਰਫ ਨਹੀਂ ਹੋਣਾ ਚਾਹੀਦਾ, ਇਨਸਾਫ ਹੁੰਦਾ ਦਿਖਣਾ ਚਾਹੀਦਾ। ਸਾਨੂੰ ਮੁਸਲਮਾਨ ਘੱਟ ਗਿਣਤੀਆਂ ਸਿੱਖਾਂ ਨੂੰ ਉਹ ਦਿਖ ਨਹੀਂ ਰਿਹਾ, ਜਿਹੜਾ ਅਫਸੋਸ ਹੈ ਸਾਨੂੰ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਗੱਲਬਾਤ ਕੀਤੀ, ਸੋ ਬਹੁਤ ਚੰਗਾ ਲੱਗਿਆ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਔਨ ਏਅਰ ਦੇ ਨਾਲ। ਕੈਮਰਾ ਪਰਸਨ ਯਾਦਵਿੰਦਰ ਸਿੰਘ ਦੇ ਨਾਲ ਪਰਵਿੰਦਰ ਸਿੰਘ ਚੱਡਾ, ਔਨ ਏਅਰ।